डरावनी पिक्चर, कैमरे पर पूर्व साध्वी का कबूलनामा, राम रहीम के कुकर्मों की नई कहानी। राम रहीम के लिए लड़कियां फंसाती थी हनीप्रीत, गुफा में बना रखा था कोठा, डेरे पर चलता था हनीप्रीत का सिक्का। राम रहीम और हनीप्रीत पर अब तक का सबसे बड़ा खुलासा। नमस्कार, घंटी बजाओ में आपका बहुत बहुत स्वागत है। हमने रोहिंग्या मुसलमानों पर रिपोर्ट घंटी बजाओ में देखने का आपसे वादा किया था, लेकिन किसी तकनीकी खराबी की वजह से वो रिपोर्ट आज आप तक नहीं पहुंचा पा रहे हैं। लेकिन घंटी बजाओ में आज बेहद संवेदनशील मुद्दा, पूर्व साध्वी ने सबसे ज्यादा खुलासे हनीप्रीत पर किए। आप लगातार सुन रहे हैं, आपने लगातार देखा कि बाबा की गुफा को लेकर के किस कदर हैरत अंगेज खुलासे हो रहे हैं। बाबा की गुफा में एक बार जाकर क्या कुछ देखा पूर्व साध्वी ने, उसने एबीपी न्यूज को खास और एक्सक्लूसिव बातचीत में बताया। राम रहीम के लिए डेरे की गुफा में राम रहीम बिना कपड़ों के रहता था, और वो भी लड़कियों के साथ, और हनीप्रीत लड़कियों को गुफा में ले जाया करती थी। हनीप्रीत ने मुझे भी गुफा में ले जाने की कोशिश की, ये पूर्व साध्वी ने बताया। पूर्व साध्वी ने बेहद सनसनीखेज खुलासे किए हैं। गुफा में लड़कियों से बाबा राम रहीम को मालिश करवाते देखा है। उसने यह भी बताया कि लड़कियों के साथ बाबा राम रहीम डांस किया करता था, नाचा करता था। सबसे पहले मैं आपसे ये पूछूंगा कि आप डेरे से कब जुड़े? आपका परिवार डेरे से जुड़ा हुआ था? हाँ जी, हाँ जी। मेरे सੱਸ ਸਹੁਰਾ जुड़े हुए सी पहला। ਉਸ ਤੋਂ ਬਾਅਦ ਫਿਰ ਸੱਸ ਸਹੁਰਾ ਕਹਿੰਦੇ ਤੁਸੀਂ ਵੀ ਸਾਡੇ ਨਾਲ ਚਲੋ, ਬੱਚਿਆਂ ਨੂੰ ਨਾਲ ਲਿਜਾਣਾ ਸ਼ੁਰੂ ਕਰਤਾ। ਉਹਨਾਂ ਦੇ ਨਾਲ ਅਸੀਂ ਵੀ ਚਲੇ ਗਏ। ਉੱਥੇ ਜਾ ਕੇ ਜਦੋਂ ਅਸੀਂ ਕੋਈ ਸੇਵਾ ਕੀਤੀ, ਕੋਈ ਝਾੜੂ ਪੋਚਾ ਕਰਦੇ ਰਹੇ, ਵੀ ਅਸੀਂ ਕਿਹਾ ਵੀ ਚਲੋ ਉਹ ਸਰਦਾ ਨੂੰ ਪਹਿਲਾਂ ਵੱਡੇ ਬਾਬਾ ਜੀ ਸੀ ਸਾਹ ਮਸਤਾਨਾ ਜੀ, ਉਹਨਾਂ ਨੂੰ ਸਲਾਮ ਕਰਦੇ ਸੀਗੇ। ਉਹਨਾਂ ਦੇ ਜੁੜਨ ਦੇ ਕਾਰਨ ਅਸੀਂ ਉੱਥੇ ਬਹੁਤ ਕੰਮ ਧੰਦਾ ਕਰਦੇ ਰਹੇ, ਦੇਖਦੇ ਰਹੇ। ਫਿਰ ਜਦੋਂ ਅਸੀਂ ਇੱਧਰ ਉੱਧਰ ਵੇਖਿਆ ਵੀ ਇੱਥੇ ਕੋਈ ਮਾੜੀਆਂ ਹਰਕਤਾਂ ਵੀ ਹੋ ਰਹੀਆਂ ਸੀ, ਬਾਬਾ ਜੀ ਨਾਚ ਵੀ ਕਰਦੇ ਸੀ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ। ਉੱਥੇ ਕੋਈ ਫਿਲਮ ਵਗੈਰਾ ਉਹ ਸਾਰਾ ਉੱਥੇ ਚੱਲਦਾ ਸੀ। ਹਨੀਪ੍ਰੀਤ ਸਾਨੂੰ ਮਜਬੂਰ ਕਰਦੀ ਸੀ ਅੰਦਰ ਲਿਜਾਣ ਲਈ, ਵੀ ਤੁਸੀਂ ਵੀ ਅੰਦਰ ਚੱਲ ਕੇ ਬਾਬਾ ਜੀ ਤੋਂ ਦਾਤ ਲਓ, ਬਾਬਾ ਜੀ ਦੇ ਕੋਲ ਚਲੋ ਅੰਦਰ। हनीप्रीत का रोल क्या था? हनीप्रीत क्या थी डेरे में उस टाइम जब आप थे? ਹਨੀਪ੍ਰੀਤ ਉਹ ਬਸ ਇੱਧਰ ਉੱਧਰ ਵੀ ਉਹਨੇ ਅੰਦਰ ਜਾਣਾ ਬਾਬਾ ਜੀ ਕੋਲੇ, ਬਾਹਰ ਆਉਣਾ, ਕੁੜੀਆਂ ਕਤਰੀਆਂ ਨੂੰ ਅੰਦਰ ਮਜਬੂਰ ਕਰਕੇ ਅੰਦਰ। ਛੋਟੀਆਂ ਬੱਚੀਆਂ 16-17 ਦੀ ਕੁੜੀ ਆ, ਕੋਈ 18 ਸਾਲ ਦੀ ਆ, ਕੋਈ 20 ਸਾਲ ਦੀ ਆ, ਉਹਨਾਂ ਨੂੰ ਅੰਦਰ ਮਜਬੂਰ ਕਰਕੇ। ਸਾਨੂੰ ਨਹੀਂ ਸੀ ਉਹਦਾ ਪਤਾ ਵੀ ਉਹ ਕਿਵੇਂ ਤਿਆਰ ਕਰਦੀ ਸੀ, ਕਿਵੇਂ ਨਹੀਂ ਕਰਦੀ ਸੀ। ਕੇਰਾਂ ਉਹ ਅੰਦਰ ਲੈ ਜਾਂਦੀ ਸੀ। ਇਹ ਹਾਲ ਸੀ। हनीप्रीत कैसे, मतलब लड़कियों को क्या भरमाती थी? कुछ ऐसा कहती थी कि आपको कुछ दे देंगे, क्या कहती थी? ਹਾਂ ਉਹ ਇੰਨਾ ਨਹੀਂ ਸੀ ਅਸੀਂ ਸੁਣਿਆ ਹੈਗਾ। ਕਹਿੰਦੇ ਉਹ ਸਾਨੂੰ ਐਂ ਪਤਾ ਲੱਗਦਾ ਸੀਗਾ ਵੀ 5-7 ਕੁੜੀਆਂ, ਕਿਤੇ 2 ਕੁੜੀਆਂ, ਕਿਤੇ 4 ਕੁੜੀਆਂ ਉਹ ਅੰਦਰ ਲੈ ਜਾਂਦੀ ਸੀ। ਹਨੀਪ੍ਰੀਤ ਨੇ ਜੋ ਉੱਥੇ ਗੰਦ ਪਾਇਆਗਾ ਉਹ ਤੁਹਾਨੂੰ ਦੱਸ ਨਹੀਂ ਸਕਦੇ। ਤੁਸੀਂ ਵੀ ਮਰਦ ਹੋ, ਮੈਂ ਔਰਤ ਹਾਂ, ਮੈਂ ਤੁਹਾਡੇ ਸਾਹਮਣੇ ਇੰਨੀ ਗੱਲ ਕਰ ਨਹੀਂ ਸਕਦੀ। ਜੋ ਉੱਥੇ ਅਸੀਂ ਦੇਖਿਆਗਾ ਉੱਥੇ ਬਹੁਤ ਡੇਰਾ ਗੰਦ ਨੇ ਗੁਫਾ ਭਰੀ ਪਈ ਸੀ। ठीक है, ये हाल ये गल कौन बताता था ये बात कि हनीप्रीत है जो ये सारा कर रही है, जो आप देख रहे थे? ਉੱਥੇ ਜਿਹੜੀ ਬਾਹਰ ਸੰਗਤ ਬੈਠੀ ਸੀ, ਕੁੜੀਆਂ ਬੈਠੀਆਂ ਸੀ, 5-7 ਕੁੜੀਆਂ ਨਾਲ ਮੇਰੀ ਗੱਲਬਾਤ ਹੋਈ ਜਿਹੜੀਆਂ ਦੇ ਨਾਲ। ਉਹ ਕੁੜੀਆਂ ਆਪਸ ਵਿੱਚ ਘੁਸਰ ਮੁਸਰ ਕਰਦੀਆਂ ਸੀ ਵੀ ਬਾਬਾ ਜੀ ਐਂ ਕਰਦਾ ਅੰਦਰ, ਬਾਬਾ ਜੀ ਐਂ ਕਰਦਾ ਅੰਦਰ। ਫਿਰ ਮੈਂ ਉਹ ਕੁੜੀਆਂ ਨੂੰ 7 ਕੁੜੀਆਂ ਨੂੰ ਪਾਸੇ ਕੀਤਾ। ਮੈਂ ਕਿਹਾ ਵੀ ਤੁਸੀਂ ਜਦੋਂ ਤੁਹਾਡੇ ਨਾਲ ਇਹੋ ਜਿਹਾ ਕੁਛ ਅੰਦਰ ਹੋ ਰਿਹਾਗਾ, ਤੁਸੀਂ ਛੱਡ ਕੇ ਚਲੀਆਂ ਜਾਓ, ਆਪੋ ਆਪਣੇ ਘਰਾਂ ਨੂੰ ਜਾਓ। ਉਹ ਕਹਿੰਦੀਆਂ ਅਸੀਂ ਮਜਬੂਰ ਹੈ, ਸਾਡੇ ਮਾਪਿਆਂ ਨੂੰ ਜੇ ਅਸੀਂ ਜਾ ਕੇ ਗੱਲਬਾਤ ਦੱਸਦੇ ਹਾਂ ਉਹ ਮੋੜ ਕੇ ਸਾਨੂੰ ਫੇਰ ਇੱਥੇ ਛੱਡ ਜਾਂਦੇ ਆ ਦੁਬਾਰਾ, ਅਸੀਂ ਫਸੀਆਂ ਹੋਈਆਂ ਨੇ। ਠੀਕ ਹੈ, ਇਹ ਗੱਲ ਹੋਈ ਸੀ ਕੁੜੀਆਂ ਦੇ ਨਾਲ। ਬਹੁਤ ਹੀ ਉੱਥੇ ਜ਼ਿਆਦਾ ਹੋ ਕਲਾਪ ਵੀ ਹੁੰਦਾ। ਇੱਕ ਵਾਰੀ ਸੁਣਿਆ ਸੀਗਾ, ਇੱਕ ਵਾਰ ਸੁਣਿਆ ਸੀ, ਬਾਹਲੇ ਵਾਰੀ ਨਹੀਂ ਸੀ ਸੁਣਿਆਗਾ। ਤੇ ਇਸ ਉੱਥੇ ਵੀ ਚਿੰਗ ਚੰਗਿਆੜੇ ਦੀ ਆਵਾਜ਼, ਕੋਈ ਅੰਦਰੋਂ ਇੱਧਰ ਉੱਧਰ ਖਿੱਚ ਧੂ ਦੀ ਆਵਾਜ਼ ਵੀ ਹੋਈ ਸੀ। ਠੀਕ ਹੈ, ਬਾਬਾ ਜੀ ਵੀ ਥੋੜ੍ਹੇ ਜਿਹੇ ਜ਼ਿਆਦਾ ਗਲਤ ਉਸ 'ਚ ਚੱਲਦੇ ਸੀਗੇ। ਨੱਚਣਾ ਕੁੜੀਆਂ ਦੇ ਨਾਲ, ਕੰਜਰੀਆਂ ਵਾਲਾ ਕੋਠਾ ਹੀ ਬਣਾਇਆ ਵਾ ਸੀ ਹਨੀਪ੍ਰੀਤ ਦਾ। ਜੋ ਕਰਦੀ ਸੀ ਬਾਬਾ ਜੀ ਦੇ ਮੂਹਰੇ ਹਨੀਪ੍ਰੀਤ ਹੀ ਕਰਦੀ ਸੀ। ਹਨੀਪ੍ਰੀਤ ਤੋਂ ਬਿਨਾਂ ਤਾਂ ਪੈਰ ਵੀ ਨਹੀਂ ਸੀ ਚੱਕਦਾ। ਬਾਬਾ ਜੀ ਦੇ ਘਰ ਵਾਲੇ ਨੂੰ ਤਾਂ ਐਂ ਵੀ ਨਹੀਂ ਸੀ ਪਤਾ ਵੀ ਕਿੱਥੇ ਬਾਬਾ ਜੀ ਆ, ਕਿੱਥੇ ਅਸੀਂ। ਜੋ ਸੀ ਜੋ ਕੁਛ ਸੀ ਹਨੀਪ੍ਰੀਤ ਹੀ ਸੀ ਬਾਬੇ ਦੀ। ਹਨੀਪ੍ਰੀਤ ਹੀ करती सी जो कुछ करती सी। आपकी कभी हनीप्रीत से मुलाकात हुई? कभी आप डेरे में मिले हनीप्रीत को? या हनीप्रीत आपके पास आई हो? ਅਸੀਂ 5-7 ਕੁੜੀਆਂ ਇਕੱਠੀਆਂ ਹੋਈਆਂ ਇੱਕ ਸਾਈਡ ਤੇ ਬੈਠੀਆਂ ਸੀ। ਅਸੀਂ ਜਦੋਂ ਉੱਥੇ ਬੈਠੀਆਂ ਉੱਥੇ ਹਨੀਪ੍ਰੀਤ ਨਾਚ ਵਾਂਗੂ ਨਾਚ ਕਰਦੀ ਆਈ।
ਕਰਕੇ ਆਈ, ਕਹਿੰਦੀ ਫਟਾਫਟ ਚਲੋ ਬਾਬਾ ਜੀ ਦੇ ਅੰਦਰ ਦਾਤ ਲਓ, ਇਹ ਕਰੋ। ਅਸੀਂ ਚੁੱਪ ਕਰਕੇ ਉੱਥੇ ਚੁੱਪਚਾਪ ਬੈਠੀਆਂ ਰਹੀਆਂ, ਅਸੀਂ ਕੋਈ ਉੱਥੋਂ ਹਿੱਲੀ ਨਹੀਂ ਗਈ। ਉਵੇਂ ਜ਼ਿਕਰ ਨਾਚ ਕਰਦੀ ਹਨੀਪ੍ਰੀਤ ਉਵੇਂ ਜ਼ਿਕਰੀ ਦੁਬਾਰਾ ਬਾਬਾ ਜੀ ਕੋਲੇ ਫੇਰ ਚਲੀ ਗਈ। ਸਾਨੂੰ ਮਜਬੂਰ ਵੀ ਉਹਨੇ ਕੀਤਾ ਸੀ ਵੀ ਤੁਸੀਂ ਅੰਦਰ ਚਲੋ। ਅਸੀਂ ਕਿਹਾ ਅਸੀਂ ਬੋਲੀਆਂ ਹੀ ਕੁਛ ਨਹੀਂ ਹੈਗੀਆਂ, ਅਸੀਂ ਚੁੱਪ ਹੀ ਕਰ ਗਈਆਂ। ਪਹਿਲਾਂ ਇਹ ਗੱਲਾਂ ਹੋਈਆਂ, ਉੱਥੇ ਇਹ ਗੱਲਾਂ ਅਸੀਂ ਸੁਣੀਆਂ, ਸਭ ਹੋਇਆ। ਸਾਨੂੰ ਮੁੱਲ ਦੀ ਕੋਈ ਚੀਜ਼ ਮਿਲਦੀ ਰਹੀ, ਮੁੱਲ ਦਾ ਹੀ ਪਾਣੀ ਮਿਲਦਾ ਰਿਹਾ, ਝਾੜੂ ਪੋਚਾ ਅਸੀਂ ਕਰਦੇ ਰਹੇ, ਲੰਗਰ ਪਾਣੀ ਲੈਣਾ ਸੀ ਜਿਹੜਾ ਸੀ ਉਹ ਵੀ ਮੁੱਲ ਦਾ ਹੀ ਲੈਣਾ ਸੀਗਾ, ਜੋ ਕੁਛ ਸੀਗਾ ਉੱਥੇ। ਠੀਕ ਹੈ, ਉੱਥੇ ਤਾਂ ਫਿਰ ਕੰਜਰੀਆਂ ਵਾਲਾ ਕੋਠਾ ਹੀ ਬਣਿਆ ਹੋਇਆ ਸੀਗਾ। ਹੁਣ ਕਹਾਂ ਕਿ ਸ਼ਰਮ ਆਉਂਦੀ ਹੈ ਗੱਲ ਕਰਦਿਆਂ ਨੂੰ, ਗੱਲ ਕਹਿ ਨਹੀਂ ਸਕਦੇ, ਕਹਿਣੀ ਪੈਂਦੀ ਹੈ। ये जो लड़कियां थी मालवा एरिए से थी? हाँ जी। कितनी लड़कियां थी मालवा एरिए से? लड़कियां ਦਾ ਤਾਂ ਉੱਥੇ ਕੋਈ ਅੰਤ ਹੀ ਨਹੀਂ ਸੀਗਾ ਜੀ। ਗੁਫਾ ਦਾ ਜਿਹੜਾ ਰਸਤਾ ਸੀ ਉਹ ਸਿੱਧਾ ਹੀ ਕਾਲਜ ਨੂੰ ਜਾਂਦਾ ਸੀ ਵਿੱਚ ਦੀ ਗੁਫਾ ਦੇ। ਲੜਕੀਆਂ ਉੱਥੇ ਕੋਈ 40 ਸਾਲ ਦੀ ਨਹੀਂ ਬੁੜੀ ਜਾ ਸਕਦੀ ਸੀ, ਕੋਈ ਉੱਥੇ ਜਾਂਦੀਆਂ ਸੀ ਲੜਕੀਆਂ ਗੁਫਾ ਦੇ ਵਿੱਚ। ਕੋਈ 18 ਸਾਲ ਦੀ ਆ, ਕੋਈ 17 ਸਾਲ ਦੀ ਆ, ਕੋਈ 16 ਸਾਲ ਦੀ ਆ। ਉਹ ਹੱਥ ਲਾ ਕੇ ਮੰਗਵਾਉਂਦਾ ਸੀ। ਰਾਮ ਰਹੀਮ ਕਤੀੜ ਸੀਗਾ ਇਹ ਬਾਬਾ ਨਹੀਂ ਸੀਗਾ। क्या इसकी ड्यूटी हनीप्रीत की ड्यूटी लगाई जाती थी? हनीप्रीत ਦੀ ਡਿਊਟੀ ਸੀ, ਜੋ ਕਰਨਾ ਸੀ। ਮੈਂ ਤੁਹਾਨੂੰ ਇੱਕ ਦੱਸ ਦਿੱਤਾ ਵੀ ਹਨੀਪ੍ਰੀਤ ਨਾਚ ਕਰਦੀ ਤੁਰੀ ਆਉਂਦੀ ਸੀ, ਨਾਚ ਕਰਦੀ ਮੁੜੀ ਜਾਣੀ। ਉਹਨੂੰ ਕੋਈ ਪ੍ਰਮਾਤਮਾ ਦੀ ਪਰਵਾਹ ਨਹੀਂ ਸੀ, ਕੋਈ ਕੁਛ ਨਹੀਂ ਸੀਗਾ। ਉਹਨੇ ਆਉਣਾ ਸੀ, ਆ ਕੇ 5-7 ਕੁੜੀਆਂ ਨੂੰ ਲੈ ਜਾਣਾ। ਪਤਾ ਨਹੀਂ ਕੀ ਕਰਦੀ ਸੀ ਕੀ ਨਾ ਕਰਦੀ ਸੀਗੀ, ਬਸ ਉਹਨੇ ਜੋ ਕਰਨਾ ਕਰੀ ਜਾਣਾ ਸਾਰਾ ਦਿਨ ਕਰੀ ਜਾਣਾ। ਦੇਖਦੇ ਕਰਕੇ ਉਦੋਂ ਬਾਅਦ ਜੀ ਸਾਨੂੰ ਇਸ ਗੱਲਾਂ ਦਾ ਪਤਾ ਲੱਗਿਆ ਵੀ ਇੱਥੇ ਗੰਦ ਦਾ ਘਰ ਹੈ, ਇਹ ਸੱਚਾ ਸੌਦਾ ਨਹੀਂ ਲੁੱਚਾ ਸੌਦਾ ਸੀਗਾ ਉੱਥੇ। ਅਸੀਂ ਆਪੋ ਆਪਣੇ घर छड्ड के इनू आपके घर आ गए। हनीप्रीत कहती है कि मैं बाबा की एंजल हूँ। हाँ, बाबा कहते हैं मेरी बेटी है ये। हाँ जी वो बेटी कहता सी भी मेरी बेटी है। तो क्या लगता है आपको बेटी है? हाँ नहीं जी, कोई बेटी नहीं। बाबियां दे तां बेटियां हो नहीं सकदियां जी। बाबियां दी किहड़ी बेटी बन जूगी, नहीं बन सकदी। हनीप्रीत दोषी सी, उदों दोषी बाबा सी। तब इसके पास कोई डेजिग्नेशन था? तब इसके पास कोई ओहदा था कि हाँ ये ਪ੍ਰਧਾਨ ਹੈ, ਕਿਸੇ ਚੀਜ਼ ਕੀ ਮੈਂਬਰ ਹੈ, ਚੇਅਰਮੈਨ ਹੈ? ਜਿਹੜੀਆਂ ਵਿੱਚ ਬੁੜੀਆਂ ਬੋਲਦੀਆਂ ਸੀ, ਕੋਈ ਉਹਦੇ ਕੋਲੇ ਆਉਦਾ ਨਹੀਂ ਸੀ, ਕੁਛ ਨਹੀਂ ਸੀ। ਉਹ ਬਸ ਕੱਲਾ ਕਹਿੰਦੀਆਂ ਸੀ ਵੀ ਇਹ ਬਾਬਾ ਜੀ ਦੀ ਪ੍ਰਧਾਨ ਹੈ, ਵੀ ਜੋ ਕੁਛ ਇਹਨੂੰ ਬਾਬਾ ਜੀ ਕਹੂਗਾ ਇਹ ਉਹੀ ਕਰੂਗੀ। ਜੋ ਕੁਛ ਬਾਬਾ ਜੀ ਨੂੰ ਇਹ ਹਨੀਪ੍ਰੀਤ ਕਹਿੰਦੀ ਸੀ ਬਾਬਾ ਜੀ ਉਹ ਕਰਦਾ ਸੀ। ਫਿਲਮਾਂ ਵੀ ਬਣਾਉਂਦਾ ਸੀ, ਜੋ ਕੁਛ ਸਭ ਕੁਛ ਅੰਦਰ ਨਾਚ ਵੀ ਹੁੰਦੇ ਸੀ, ਸਭ ਕੁਛ ਹੁੰਦੇ ਸੀ। ਤੇ ਮੰਨ ਕੇ ਚੱਲੋ ਵੀ ਉੱਥੇ ਤਾਂ ਕੋਈ ਅੰਤ ਕਿਸੇ ਗੱਲ ਦਾ ਹੈ ਹੀ ਨਹੀਂ ਸੀਗਾ। ਜਿੰਨਾ ਗੰਦ ਉਸ ਗੁਫਾ ਦੇ ਵਿੱਚ ਹੈ, ਸਾਰੀ कनेडा में अमरीका तक वग जाओ, इत्थों तक सोनू इन्ना इकट्ठा नहीं होना जिन्ना वो गुफा च इकट्ठा होया। तो गुफा क्यों? क्योंकि आप तो अंदर रहे हैं। बाबा गुफा में क्यों रहता था? मान कहीं और भी तो बाबा का कोई कह रहे हैं हनीप्रीत की भी कोठी थी, बंगला था वहां पर, तो गुफा की चर्चा ही क्यों होती है इतनी? गुफा के जो हुंदा ही सारा कुछ गुफा दे विच सीगा जी। गुफा ਦੇ ਵਿੱਚ ਅੱਧੇ ਤਾਂ ਜ਼ਿਮੀਦਾਰ ਸੀ, ਉੱਥੇ ਕੋਈ ਆ ਛੋਟੀਆਂ ਕੌਮਾਂ ਦੇ ਬੰਦੇ ਸੀਗੇ, ਜਿਹੜੇ ਛੋਟੇ ਸੀ, ਜਿਹੜੇ ਤਕੜੇ ਸੀ, ਮੂਰੇ ਇਹਨਾਂ ਦੇ ਭੰਗੀ ਦਾਸ ਬਣਾਏ ਵੀ ਸੀ, ਉਹ ਤਾਂ ਅੰਦਰ ਜਾ ਆਉਂਦੇ ਸੀ। ਦੂਜੇ ਤਾਂ ਵਿਚਾਰੇ ਉੱਥੇ ਰੋਜੀ ਰੋਟੀ ਦੇ ਮਾਰੇ ਕੰਮ ਕਰਕੇ ਦੇ ਦੇਣਾ ਉਹਨੂੰ ਸਾਰਾ, ਤੇ ਰੋਟੀ ਆਥਣੇ ਉਹਨਾਂ ਨੇ ਆਪਦੀ ਮੁੱਲ ਲੈ ਕੇ ਖਾ ਲੈਣੀ ਵਿਚਾਰਿਆਂ ਨੇ। डेरा सच्चा सौदा की इस पूर्व साध्वी ने एक और बड़ा खुलासा किया है। खुलासा यह कि गुफा में राम रहीम बिना कपड़ों के रहता था। लड़कियों को राम रहीम की मालिश करते हुए उसने खुद देखा। एक बारी गुफा में असी अंदर कहे काहे ते हनीप्रीत दे चले गए सी। जदों असी कमरे दे मूहरे गए अंदर, हुण सिरे लाउणी पऊगी गल, सानू कहण नूं जी नहीं करदा। बाबे जी दे सारे कपड़े उतारे हुए सी, 5 कुड़ियां मालश करन लगियां पईयां सी फटाफट। ਅਸੀਂ ਉੱਥੋਂ ਦੇਖ ਕੇ ਫਿਰ ਵਾਪਸ ਬਾਹਰ ਆ ਗਏ। आपने कहा नहीं उस टाइम कुछ कि क्या हो रहा है? ਅਸੀਂ ਉਹ ਕੁਛ ਨਹੀਂ ਕਿਹਾ, ਆਪਾਂ ਆਪਦੇ ਕੰਨ ਬਲੇਟ ਕੇ ਵਾਪਸ ਆਪਦੇ ਘਰ ਨੂੰ ਉੱਥੋਂ ਮੱਥਾ ਟੇਕ ਕੇ ਅਸੀਂ ਕਿਹਾ ਵੀ ਸਾਨੂੰ ਇਸ ਕੰਮ ਦੇ ਰਾਹ ਨਾ ਪਾਈ ਪ੍ਰਮਾਤਮਾ, ਸਾਨੂੰ ਗੁਰੂ ਵਾਲੇ ਬਣਾਈ, ਸਾਡਾ ਇੱਕੋ ਹੀ ਗੁਰੂ ਗ੍ਰੰਥ ਸਾਹਿਬ। ਉੱਥੋਂ ਅਸੀਂ ਮੱਥਾ ਟੇਕ ਕੇ ਨਿਕਲੇ, ਆਪਣੀਆਂ ਜਾਨਾਂ ਛਡਾ ਕੇ ਨਿਕਲੇ ਆ। ਉੱਥੇ ਪਤਾ ਨਹੀਂ ਕੀ ਕੁਛ ਕਰ ਦੇਣਾ ਸੀਗਾ। तो मैं यही कह रहा हूँ कि इतनी बड़ी बात और आप आके चुप हो गए, ये गलत बात नहीं थी? आपको बताना चाहिए था समाज को। बहुत बताया जी, किसी ने गल नहीं सुनी। मंत्रियां मूहरे होके भी ते लीडरां मूहरे होके भी गल्लां कीतियां भी इस सारे लीडर सारे जांदे सीगे जी, कोई इन्ना हो नहीं सीगा। जदों उत्थे इकट्ठ हो जाना फटाफट मूहरे हो जाना, बुढ़ियां ने उठ के भी आ करो। उत्थे किसी ने कोई सुनी नहीं हैगी गल, कोई सुनी नहीं हैगी। हानी सर नूं उत्थों अक के निकलना ही पिया भी छड्डो, आपां इह सौदियां तो की लैणागा, इह गंदा सौदा सी। सच्चा सौदा नहीं सी, लुच्चा सौदा सी। जिथे मर्जी कहाओ लुच्चा सौदा सी। जो उस सरसे हो रहा सी, गुफा दे विच ही हो रहा सी सारा कुछ। सलादपुरे भी नहीं ये काम होया, किते होर डेरे च भी नहीं होया। जो हुंदा सी सरसे, खुद सरसे गुफा च ही हुंदा सी, जो कुछ हुंदा सी उत्थे ही होया सारा।
आप कह रहे हैं कि आपकी फैमिली जुड़ी हुई थी, कौन जुड़ा था आपकी फैमिली से डेरे में? मेरे सੱਸ ਸਹੁਰਾ ਸੀ, ਗਾਹਾਂ ਸਹੁਰੇ ਪਤੌਰੇ ਸੀਗੇ ਜੀ, ਹੈਗੇ ਸੀਗੇ 15 ਜੀ ਮੈਂਬਰ ਘਰ ਦੇ ਜੁੜੇ ਹੋਏ ਸੀ। ਉਹ ਵੀ ਸਾਰੇ ਛੱਡ ਕੇ ਹੁਣ ਦੇਖ ਕੇ ਜਦੋਂ ਇਹਦੇ ਉੱਥੇ ਕਰਤੂਤਾਂ ਵੇਖੀਆਂ ਵੀ ਇਹ ਆਹ ਕਰਤੂਤਾਂ ਕਰਦਾਗਾ, ਕੰਜਰੀਆਂ ਨਚਾਉਂਦਾਗਾ, ਆਪ ਨੱਚਦਾਗਾ, ਚੰਗੇ ਬਿਊਟੀ ਪਾਰਲਰ ਖੋਲੇ ਹੋਏ ਨੇ ਅੰਦਰ, ਕਿਤੇ ਕਿਹਾ ਸਟਾਈਲ ਕਰਦਾ, ਕਿਤੇ ਕਿਹਾ ਸਟਾਈਲ ਕਰਦਾ, ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਇਹਨੂੰ ਹੈਗੀ, ਕੋਈ ਕੱਪੜੇ नहीं ਇਹਨੇ ਪਾਉਣੇ, ਨੰਗਾ ਹੀ ਕੁੜੀਆਂ ਕਤਰੀਆਂ ਦੇ ਵਿੱਚ ਤੁਰਿਆ ਫਿਰਦਾ ਸੀਗਾ। ਇਹ ਗੱਲਾਂ इस पूर्व साध्वी ने एबीपी न्यूज से खास बातचीत में दावा किया है कि गुफा से निकलकर लड़कियां रोया करती थीं। एक लड़की तो डेरे से भाग भी गई थी, लेकिन उसके घर वाले उसे फिर डेरे पर छोड़ गए। पूर्व साध्वी का कहना है कि हनीप्रीत ने राम रहीम को भी उसके परिवार से अलग किया। जैसे आपने कहा कि गुफा में ले गई थी आपको हनीप्रीत, आपने कहा कि ये देखा आपने, आपके साथ कोई इस तरह की अटेम्प्ट कहीं दोबारा हुई? दोबारा आपको कोशिश की गई कि आप भी इस काम में इन्वॉल्व हो, आप भी ये काम करो? हाँ, नहीं इस बार नहीं कोई ਸਾਡੇ ਵਾਰੀ। ਉਹ ਸਾਡੇ ਇੱਕ ਵਾਰ ਆਈ ਸੀ ਸਾਡੇ ਕੋਲੇ, ਜਦੋਂ ਅਸੀਂ ਬੋਲੇ ਨਾ, ਚੁੱਪਚਾਪ ਆਪਦਾ ਬੈਠੇ ਰਹੇ ਪਾਸੇ, ਅਸੀਂ ਆਪਦਾ ਕੰਮ ਧੰਦਾ ਕਰਦੇ ਰਹੇ, ਉਹ ਆਪੇ ਚੁੱਪ ਕਰਕੇ ਸਾਡੇ ਕੋਲੋਂ ਤਾਂ ਫਿਰ ਪਾਸੇ ਚਲੀ ਗਈ। ਥੋੜਾ ਜਿਹਾ ਕਨੈਕਟ ਕੁੜੀਆਂ ਨਾਲ ਵੱਧ ਕਰਦੀ ਸੀ, 16-17 ਸਾਲ ਦੀ ਕੁੜੀ ਨੂੰ, ਸਾਡੀ ਤਾਂ 30-40 ਸਾਲ ਦੀ ਉਮਰ ਸੀ। ਇਸ ਕੋਲ ਜੇ ਕੋਈ 30-40 ਸਾਲ ਦੀ ਜਾਂ ਕੋਈ ਬਜ਼ੁਰਗ ਮਾਤਾ ਜਾਂਦੀ ਸੀ ਜਾਂ ਕੋਈ ਔਰਤ ਜਾਂਦੀ ਸੀ, ਉਹਨਾਂ ਨੂੰ ਤਾਂ ਪੁੱਠਾ ਹੱਥੀ ਮਾਰ ਦਿੰਦਾ ਸੀ ਵੀ ਪਿੱਛੇ ਚਲੋ ਪਿੱਛੇ ਚਲੋ। ਉੱਥੇ ਤਾਂ ਜਾਂਦੀਆਂ 18-17 ਸਾਲ ਦੀਆਂ ਕੁੜੀਆਂ ਸੀਗੀਆਂ ਬਾਬਾ ਜੀ ਕੋਲ। ਤਾਂ नहीं, जिनके साथ हुआ, मैं ये कह रहा हूँ, आप कह रहे हैं कि जिनके साथ बलात्कार होता था उनकी एज तो आप कह रहे हैं छोटी थी। जो मालवा की लड़कियां आपको मिली थी जो रो रही थी आपके पास, वो कितनी एज की थी? ਉਹ ਤਾਂ ਇੱਕ ਤਾਂ 18 ਸਾਲ ਦੀ ਲੜਕੀ ਸੀ ਜੀ, ਇੱਕ 16 ਸਾਲ ਦੀ ਸੀ, ਇੱਕ 20-22 ਸਾਲ ਦੀ ਲੜਕੀ ਸੀਗੀ। ਇੰਨੀ ਉਮਰ ਸੀ ਉਹਨਾਂ ਦੀ, ਛੋਟੀਆਂ ਬੱਚੀਆਂ ਸੀਗੀਆਂ ਵਿਚਾਰੀਆਂ। ਉਹ ਰੋਂਦੀਆਂ ਸੀਗੀਆਂ ਤਾਂ ਹਾਂ ਮਾਰਦੀਆਂ ਸੀ। क्या सुनाया आपको? उन्होंने क्या सुनाया आपको? ਉਹਨਾਂ ਨੂੰ ਪੁੱਛਿਆ ਵੀ, ਅਸੀਂ ਉਹਨਾਂ ਨਾਲ ਗੱਲ ਵੀ ਕੀਤੀ, 5-7 ਬੁੜੀਆਂ ਨੇ ਇਕੱਠੀਆਂ ਹੋ ਕੇ, ਵੀ ਤੁਹਾਡੇ ਨਾਲ ਕੀ ਹੋਇਆ ਬੇਟਾ, ਤੁਸੀਂ ਕਿਉਂ ਰੋ ਰਹੀਆਂ ਹੋਗੀਆਂ? ਉਹ ਕਹਿੰਦੀ ਆਂਟੀ ਤੁਹਾਨੂੰ ਦੱਸਣ ਦੀ ਗੱਲ ਨਹੀਂ, ਜੋ ਸਾਡੇ ਨਾਲ ਹੋ ਰਿਹਾ ਹੈਗਾ, ਸਾਡੇ ਕਰਮ ਮਾੜੇ ਨੇ, ਸਾਡੇ ਮਾਪੇ ਇੱਥੇ ਸਾਨੂੰ ਛੱਡੀ ਬੈਠੇ ਨੇ, ਬਾਬਾ ਜੀ ਤਾਂ ਸਾਡੇ ਨਾਲ ਕੋਈ ਕਸਰ ਹੀ ਨਹੀਂ ਛੱਡਦਾਗਾ। ਹੁਣ ਅਸੀਂ ਕਿੱਧਰ ਨੂੰ ਜਾਈਏ, ਮਰੀਏ ਕਿ ਜੰਮੀਏ? ਨਾ ਸਾਨੂੰ ਘਰ ਦੇ ਚੱਲਦੇ ਨੇ, ਨਾ ਸਾਨੂੰ ਡੇਰਾ ਚੱਲਦਾਗਾ, ਸਾਨੂੰ ਤਾਂ ਗੁਫਾ ਹੀ ਬੰਦ ਕਰੀ ਬੈਠੀ ਅੰਦਰ। ਆਹ ਕੁਛ ਹੁੰਦਾ ਸੀ ਉੱਥੇ। माँ बाप को कहती थी वो कि हमने ਹਾਂਜੀ ਉਹ ਮਾਂ ਪਿਓ ਕਹਿੰਦੇ ਮਾਂ। ਇੱਕ ਕੁੜੀ ਕੰਧ ਟੱਪ ਕੇ ਵੀ ਚਲੀ ਗਈ ਸੀ ਬਾਬੇ ਜੀ ਤੋਂ ਤੰਗ ਆ ਕੇ, ਬਹੁਤ ਤੰਗ ਕਰਦਾ ਸੀ ਉਸ ਲੜਕੀ ਨੂੰ। ਉਹ ਕੰਧ ਟੱਪ ਕੇ ਜਦੋਂ ਗਈ, ਤੀਜੇ ਚੌਥੇ ਦਿਨ ਹੀ ਉਹਦੇ ਘਰ ਦੇ ਮੋੜ ਕੇ ਦੁਬਾਰਾ ਡੇਰੇ ਦੇ ਵਿੱਚ ਹੀ ਉਹਨੂੰ ਫੇਰ ਛੱਡ ਕੇ ਕਹਿੰਦੇ ਬਾਬਾ ਜੀ ਸਹੀ ਆ, ਤੂੰ ਗਲਤ ਹੈ। ਉਹ ਕੁੜੀ ਨੇ ਬੜੀ ਧਾਹੀ ਪਿੱਟੀ ਉਹ ਵੀ ਮੈਨੂੰ ਆਪਦੇ ਘਰੇ ਰੱਖ ਲਓ, ਘਰੇ ਰੱਖ ਲਓ। ਫਿਰ ਉਹਨੇ ਇਹ ਗੱਲ ਵੀ ਕੀਤੀ ਬੁੜੀਆਂ ਚ ਆ ਕੇ, ਜੇ ਮੈਨੂੰ ਕੁਝ ਖਾਣ ਨੂੰ ਮਿਲ ਜੇ, ਕਹਿੰਦੀ ਮੈਂ ਕੁਝ ਖਾ ਕੇ ਹੀ ਮਰ ਜਾਵਾਂ। बाबे की पत्नी नाराज रहती थी बाबा से? हाँ जी, बाबे जी का परिवार बहुत ही परेशान रहता सी। बाबा जी नूं पता ही नहीं सी भी मेरे परिवार हैगा कि नहीं हैगा। ਉਹਨੂੰ ਵੀ ਹਨੀਪ੍ਰੀਤ ਨੇ ਤਲਾਕ ਹੀ ਦਵਾਤਾ ਸੀਗਾ। ਬਾਬਾ ਦੀ ਘਰ ਵਾਲੀ ਨੂੰ ਤਾਂ ਤਲਾਕ ਹੋਇਆ ਹੋਇਆ ਸੀਗਾ। ਉਹ ਤਾਂ ਵਿਚਾਰੀ ਰੋਜੀ ਰੋਟੀ ਕਰਦੀ ਸੀ ਆਪਦੇ ਘਰੇ, ਉਹਦਾ ਕੋਈ ਨਹੀਂ ਸੀ। ਜੋ ਕੁਛ ਕਰਦੀ ਸੀ ਹਨੀਪ੍ਰੀਤ ਕਰਦੀ ਸੀ, ਹਨੀਪ੍ਰੀਤ ਦੀ ਚੱਲਦੀ ਸੀ, ਜਿੱਥੇ ਚੱਲਦੀ ਸੀ ਹਨੀਪ੍ਰੀਤ ਨਹੀਂ करना ਸੀ जो करना ਸੀ। हनीप्रीत, इसका मतलब बहुत सारी लड़कियों की सहमति थी बाबा से, सहमति से सारा चल रहा था? ਸਾਰਾ ਕੁਝ ਹਨੀਪ੍ਰੀਤ ਦੀ ਸਹਿਮਤੀ ਨਾਲ ਹੁੰਦਾ ਸੀ। ਜੋ ਹਨੀਪ੍ਰੀਤ ਬਾਬਾ ਜੀ ਨੂੰ ਕਹਿੰਦੀ ਸੀ ਉਹ ਹੁੰਦਾ ਸੀ, ਹਨੀਪ੍ਰੀਤ ਹੀ ਕਰਦੀ ਸੀ। डेरे में हुक्म किसका चलता था? ਉਹ ਜੇ ਬਾਬਾ ਜੀ ਨੇ ਕਿਤੇ ਗੋਲੀ ਵੀ ਲੈਣੀ ਹੁੰਦੀ ਸੀ ਜਾਂ ਪਾਣੀ ਵੀ ਲੈਣਾ ਸੀ, ਜੋ ਦਿਓ ਮੈਨੂੰ ਹਨੀਪ੍ਰੀਤ ਦੇਊਗੀ, ਗੋਲੀ ਵੀ ਹਨੀਪ੍ਰੀਤ ਦੇਊਗੀ, ਪਾਣੀ ਵੀ ਹਨੀਪ੍ਰੀਤ ਦੇਊਗੀ, ਰੋਟੀ ਵੀ ਹਨੀਪ੍ਰੀਤ ਦੇਊਗੀ। ਜੋ ਕਰਨਾ ਹਨੀਪ੍ਰੀਤ ਹੀ ਹੋਈ ਜਾਂਦੀ ਸੀ 24 ਘੰਟੇ। डेरे में हुक्म किसका चलता था? ਹੁਕਮ ਹਨੀਪ੍ਰੀਤ ਦਾ ਚੱਲਦਾ ਸੀ ਜੀ, ਹੋਰ ਕਿਹਦਾ ਚੱਲਦਾ ਸੀ? किस बात की? ਪਹਿਲਾਂ ਉਦੋਂ ਪਹਿਲਾਂ ਰਾਮ ਰਹੀਮ ਸੀਗਾ ਬੈਠਾ ਸੀਗਾ, ਉਹ ਸੀਗਾ ਮਗਰੋਂ ਹਨੀਪ੍ਰੀਤ ਹੋ ਗਈ ਸੀ। ਇਹ ਦੋ ਗੁੰਡੀ ਦਾ ਤੇ ਗੁੰਡੇ ਦਾ ਚੱਲਦਾ ਸੀ ਉੱਥੇ ਕੰਮ, ਹੋਰ ਉੱਥੇ ਕਿਹਦਾ ਚੱਲਣਾ ਸੀ? ਦੂਜੇ ਤਾਂ ਸਾਰੇ ਉੱਥੇ ਵਿਚਾਰੇ ਮਨਜ਼ੂਰ ਸੀਗੇ, ਧੌਣਾ ਨੀਵੀਆਂ ਕਰਕੇ ਉੱਥੇ ਕੰਮ ਕਰੀ ਜਾਂਦੇ ਸੀ, ਆਥਣੇ ਮੁੱਲ ਲੈ ਕੇ ਇਹਨਾਂ ਤੋਂ ਰੋਟੀ ਖਾ ਲੈਂਦੇ ਸੀ। हनीप्रीत जब ये सारा कुछ कर रही थी, हनीप्रीत जो करदी सी हनीप्रीत करदी सी, जो चलदी सी हनीप्रीत दी चलदी सी। हनीप्रीत ने जो कुछ करना सी जी हनीप्रीत ही करती सी। हनीप्रीत जब ये सारा कुछ कर रही थी तो डेरे में कहते हैं कंट्राडिक्शन थी, ग्रुप थे बहुत सारे लोगों के। हाँ जी, इस तरह से था कि उसका विरोध करने वाले लोग थे डेरा में कि बाबा के पास जब से ये आई है तब से कोई गड़बड़ हो रही है। ਜਿਹੜੇ ਡੇਰੇ ਦੇ ਵਿੱਚ ਸੀਗੇ ਉਹ ਸਾਰੇ ਮਜਬੂਰ ਹੋਏ ਬੰਦੇ ਸੀ। ਇੱਕ ਵਾਰ ਜਦੋਂ ਇਹ ਉੱਥੇ ਕੋਈ ਲੀਡਰ ਜਾਂਦੇ ਸੀ ਜਾਂ ਮੰਤਰੀ ਜਾਂਦੇ ਸੀ, ਅਸੀਂ ਉੱਠ ਕੇ ਉਹਨਾਂ ਦੇ ਮੂਹਰੇ ਹੋ ਕੇ ਰੌਲਾ ਵੀ ਪਾਉਂਦੀਆਂ ਸੀ ਵੀ ਇੱਥੇ ਇਹ ਕੁਝ ਹੋ ਰਿਹਾ, ਵੀ ਇਸ ਗੱਲ ਦਾ ਕੋਈ ਹੱਲ ਕਰੋ ਜਾਂ ਕੋਈ ਦੇਖੋ ਜਾਂ ਕਰੋ। ਉਹ ਲੀਡਰਾਂ ਨੂੰ ਤਾਂ ਆਪਦੇ ਵੋਟਾਂ ਦਾ ਹੀ ਮਤਲਬ ਸੀ, ਉਹਨਾਂ ਨੂੰ ਉਹ ਜਿਹੜਾ ਬਿੱਲੀ ਪਾਪ ਬਰਲਾਪ ਹੋ ਰਿਹਾ ਸੀ ਉਹਦੇ ਤੱਕ ਕੋਈ ਤਾਲੁਕਾਤ ਨਹੀਂ ਸੀ ਉਹਨਾਂ ਦਾ। ਉਹ ਧਿਆਨ ਹੀ ਨਹੀਂ ਸੀ ਦਿੰਦੇ, ਸਾਡੀ ਗੱਲ ਹੀ ਨਹੀਂ ਸੀ ਸੁਣਦੇਗੇ।
तो बलात्कारी बाबा राम रहीम से जुड़े खुलासों पर आप बजाइए घंटी, क्योंकि आप घंटी बजाते हैं तो कैसा असर होता है ये अब हम आपको दिखाते हैं। मध्य प्रदेश आपको लिए चलते हैं, जहां आपको आपके घंटी बजाने का असर दिखेगा। घंटी बजाने के कारण दो खबरों पर क्या असर हुआ ये देखिए। हम खबर को दिखाकर भूल नहीं जाते, हम खबर को कभी बीच में नहीं छोड़ते, अंजाम तक हर खबर का पीछा करता है एबीपी न्यूज। आपके घंटी बजाने का क्या और कितना बड़ा असर होता है ये तस्वीरें देखिए और जानिए। आपके बाईं तरफ घंटी बजाओ की 13 जुलाई 2017 की रिपोर्ट, जिसमें हमने मध्य प्रदेश समेत देश के 4 राज्यों में आरटीओ चेक नाकों पर ट्रकों से अवैध वसूली के 80,000 करोड़ रुपए के भ्रष्टाचार का खुलासा किया था। हमारी इस रिपोर्ट का ये असर हुआ है कि मध्य प्रदेश में अवैध वसूली कर रही परिवहन की चौकियों को शिवराज सरकार ने तत्काल प्रभाव से बंद कर दिया है। सिर्फ इंटीग्रेटेड कंप्यूटराइज्ड जांच चौकियां ही अब चलती रहेंगी। हमारे यहाँ 19 कंप्यूटराइज चौकियां हैं और 21 जो हैं वो वैसी जो मानव के द्वारा ऑपरेट होती थी। तो अब 21 चौकियां हमने आज बंद कर दी हैं और जो कंप्यूटराइज चौकियां हैं उन पर भी कोई भी मानव चेकिंग नहीं होगी। जो कंप्यूटराइज चेकिंग होती है वो कंप्यूटराइज चेकिंग होगी। पूरे देश के ट्रांसपोर्टर हैं, उनको बहुत बड़ा लाभ इससे होगा। जो लाइनें लगती थी, चेकिंग होती थी, वो अब सब बंद हो जाएगी। आपकी दाईं तरफ 8 सितंबर 2017 की रिपोर्ट है, जिसमें महान कवि दुष्यंत का भोपाल वाला घर गिराए जाने और संग्रहालय को गिराने की नोटिस मिलने की खबर घंटी बजाओ में हमने दिखाई थी। हमारी रिपोर्ट देखने के बाद प्रदेश के सहकारिता मंत्री विश्वास सारंग ने संग्रहालय के लिए नई और बेहतर जगह देने का भरोसा दिलाया। अब कांग्रेस नेता सुरेश पचौरी कवि दुष्यंत के गिराए घर पहुंचे और इस मुद्दे पर सरकार के खिलाफ आवाज उठाई। तानाशाही पूर्ण ये कदम है, बगैर सोचे समझे उठाया गया कदम है। मुख्यमंत्री से मिलेंगे इस मामले में क्या? मैं निश्चित रूप से उनसे बात करूंगा और उनसे अनुरोध करूंगा एक सूझबूझ भरा निर्णय लें कि दुष्यंत जी की याद चिरस्थायी बनी रहे हमारे भोपाल में, और ये संग्रहालय जो है, जो एक अमूल्य धरोहर है, वो संरक्षित रहे। पैसे और पावर के बूते पब्लिक स्कूल्स की जानलेवा मनमानी पर कल बड़ी रिपोर्ट हमने आपको दिखाई थी। हमारी रिपोर्ट पर देश की जनता ने घंटी बजाई तो सरकार अब इस दिशा में बड़ा कदम उठाने जा रही है। पूरी खबर अभी देखिए और ब्रेक के बाद जरूर देखिएगा इस मुद्दे पर अपनी राय भेजने वाले दर्शकों से आपकी मुलाकात। एक दिन पहले हमने दिल्ली के पास गुरुग्राम के नामी रायन इंटरनेशनल स्कूल में 7 साल के प्रद्युम्न की हत्या का मामला उठाते हुए देश में पब्लिक स्कूलों की हत्यारी तानाशाही के खिलाफ घंटी बजाई थी। अपनी रिपोर्ट में हमने मांग की थी कि महिला और बाल कल्याण मंत्रालय समेत सरकार के दूसरे ऐसे विभागों और मंत्रालयों को स्कूलों में सुरक्षा के मुद्दे पर आगे आना चाहिए जिनका ताल्लुक बाल सुरक्षा से है। तभी तस्वीर बदल सकती है और स्कूल के बच्चे सुरक्षित रह सकते हैं। हमारी रिपोर्ट प्रसारित होने के बाद मानव संसाधन विकास मंत्रालय और महिला बाल कल्याण मंत्रालय ने साथ मिलकर अब इस दिशा में बड़ा कदम उठाने की तैयारी कर ली है। कल मानव संसाधन विकास मंत्री प्रकाश जावड़ेकर और महिला बाल कल्याण मंत्री मेनका गांधी एक उच्च स्तरीय बैठक कर शैक्षणिक संस्थानों में सुरक्षा प्रोटोकॉल तैयार करने की शुरुआत करने जा रही हैं, ताकि बच्चों की सुरक्षा को सुनिश्चित किया जा सके। बैठक में बाल अधिकार संरक्षण आयोग के अलावा सीबीएसई, एनसीईआरटी और केंद्रीय विद्यालय संगठन के प्रतिनिधि भी शामिल होंगे। अब तक 80 लाख से ज्यादा मिस्ड कॉल। घंटी बजाओ। कल पब्लिक स्कूल्स की हत्यारी तानाशाही पर रिपोर्ट दिखाकर स्कूल की मनमानियों के खिलाफ हमने घंटी बजाई थी। इस मुद्दे पर देश की जनता का समर्थन भी हमें मिला है। सुनिए घंटी बजाओ के चुने हुए दर्शकों की प्रतिक्रिया। ऐसे स्कूलों को बिल्कुल सील लगा देनी चाहिए, बिल्कुल बंद कर देना चाहिए परमानेंट के लिए। शिक्षा का राष्ट्रीयकरण होना बहुत जरूरी है, पर ये होगा नहीं, क्योंकि जो आज केंद्र सरकार में सत्ताधारी दल है उस सरकार के समर्थक
अनुवांशिक संगठन की ही 40,000 से ज्यादा स्कूलें। जो स्कूल की बसें होती हैं इतना तेज गाड़ी चलाते हैं इसके ड्राइवर लोग कि एम्बुलेंस से भी तेज गाड़ी चलाते हैं। इस पे कुछ न कुछ कार्रवाई जरूर होनी चाहिए। स्कूल वालों ने पूरा गुंडा राज मचा रखे हैं, सरकार इस पे कोई ध्यान नहीं देता है। 8422840000 पर मिस्ड कॉल देकर आप भी हमें अपना वीडियो संदेश भेज सकते हैं।